ਜਾਂ ਕੋਈ ਵੀ ਬਦਭੇਜੀ ਮਤਲਬ ਲੱਸੀ ਪੀ ਬੈਠੇ, ਗੰਨੇ ਦੀ ਰੋਹ ਪੀ ਬੈਠੇ, ਗੰਢੇਰੀਆਂ ਚੂਸ ਬੈਠੇ, ਉਹ ਫਿਰ ਸਾਰਾ ਇਲਾਜ ਨਾ ਖਰਾਬ ਹੋਣਾ ਸ਼ੁਰੂ ਹੋ ਜਾਂਦਾ। ਜਿਸ ਤਰ੍ਹਾਂ ਮਾਸ਼ਾਅੱਲਾ ਤੁਸੀਂ ਪਹਿਲੀ ਵਾਰੀ ਦਵਾਈ ਖਾਧੀ ਸੀ, ਨਜ਼ਲਾ ਜ਼ੁਕਾਮ ਬਚਪਨ ਦਾ ਸੀ, ਡਸਟ ਐਲਰਜੀ ਸੀ, ਔਰ 3 ਸਾਲ ਪੁਰਾਣਾ ਮਸਲਾ ਬਾਕੀ ਵੀ ਚੀਜ਼ਾਂ ਦਾ ਚੱਲਦਾ ਪਿਆ ਸੀ, ਬਹੁਤ ਬਿਹਤਰੀ ਆਈ ਸੀ। ਸੇਮ ਦਵਾਈ, ਅਸੀਂ ਤੇ ਗਲਤੀ ਵੀ ਨਹੀਂ ਕਰਾਂਗੇ ਚੇਂਜ ਕਰਨ ਦੀ। ਇਹ ਵੱਡੇ ਸਾਈਜ਼ ਦੇ ਹੈ ਨਾ, ਇਹਨਾਂ ਦੇ ਮਲਈਨ 4 ਨਾਮ ਹੈਗਾ ਨਾ, ਇਹ ਸੈਟ ਦੇ ਵਿੱਚ ਹੁੰਦੇ ਨੇ, ਠੀਕ ਹੈ ਜੀ। ਇਹ ਐਕਸੀਰੀਆ ਜਦੀਦ ਨੇ, ਦਵਾਈ ਵੀ ਖੋਲੋਗੇ ਲਹਿਦਾ ਮਾਸ਼ਾਅੱਲਾ। ਇਹ ਰੈਗੂਲਰ ਗਲੋਨੀਮ ਕੈਪਸੂਲ ਜਿਹੜੇ ਤੁਹਾਨੂੰ ਦੇਈਦੇ ਨੇ ਜ਼ਿਆਦਾ 90 2 ਖਾਣ ਵਾਸਤੇ। ਹੁਣ ਮਸਲਾ ਕੀ ਹੋਇਆ ਹੈ? ਛਿੰਕਾਂ, ਐਲਰਜੀ, ਜ਼ੁਕਾਮ ਜਾਂ ਕਬਜ਼, ਗੈਸ, ਕਿਹੜੀ ਚੀਜ਼ ਨੇ ਤੰਗ ਕੀਤਾ? ਕਿਸ ਟਾਈਮ ਤੇ? ਸੁਬਹ ਉੱਠਦੇ ਹੀ। ਤੇ ਕਿਉਂ ਆ ਰਹੀਆਂ ਨੇ? ਨੋਟ ਨਹੀਂ ਕੀਤਾ ਵਜ੍ਹਾ ਕੀ ਹੈ? ਪਤਾ ਹੈ ਨਾ, ਮੌਸਮ ਠੰਡਾ ਜਾ ਰਿਹਾ, ਬਾਰਿਸ਼ਾਂ ਹੋ ਰਹੀਆਂ ਨੇ, ਤੇ ਤੁਹਾਡਾ ਹਜੇ ਬਚਪਨ ਦਾ ਪ੍ਰੋਬਲਮ ਹੈ। ਇਹਦਾ ਮਤਲਬ ਜਦੋਂ ਮੌਸਮ ਠੰਡਾ ਹੋਏਗਾ ਉਦੋਂ ਤੁਸੀਂ ਆਪ ਵੀ ਕੁਝ ਬਚਣਾ, ਠੀਕ ਹੈ ਜੀ। ਉਦੋਂ ਦਵਾਈ ਦਾ ਰਿਜ਼ਲਟ ਜਿਹੜਾ ਨਾ ਉੱਪਰ ਨੀਚੇ ਹੋ ਜਾਏਗਾ, ਉਹ ਜਾਂ ਉਹਦੇ ਅਸਰਾਤ ਘਟ ਜਾਣਗੇ। ਕਿਉਂਕਿ ਹਜੇ ਅਸੀਂ ਤੁਹਾਡੇ ਅੰਦਰ ਦੇ ਮਿਜ਼ਾਜ ਨੂੰ ਬਦਲ ਰਹੇ ਹਾਂ, ਜਿਹੜਾ ਬਹੁਤ ਜ਼ਿਆਦਾ ਖੁਸ਼ਗਰਮ ਹੈ ਔਰ ਹਿਸਾਬੀ ਨਿਜ਼ਾਮ ਬਹੁਤ ਜ਼ਿਆਦਾ ਡਾਊਨ ਹੋਇਆ ਹੈ। ਥੋੜੀ ਜਿਹੀ ਵੀ ਠੰਡ ਪੈਂਦੀ ਉਹ ਮੁਤਾਸਰ ਹੋ ਜਾਂਦਾ ਹੈ। ਅਸੀਂ ਹਿਸਾਬੀ ਨਿਜ਼ਾਮ ਨੂੰ ਅਜੇ ਤੁਹਾਡੇ ਗਰਮ ਕਰਨਾ ਹੈ, 2-4 ਮਹੀਨੇ ਲੱਗਣੇ ਨੇ ਨਾ। ਹਾਂ, ਸਕੂਨ ਰਹੇ ਆਪਣਾ ਦਵਾਈ ਦੇ ਨਾਲ ਕਮਾਲ ਹੋ ਜਾਂਦਾ, ਇਹਦਾ ਮਤਲਬ ਹੈ ਫਿਰ ਇਨਸਾਨ ਆਪਣੀ ਗਜ਼ਾਵਾਂ ਬੜੀਆਂ ਅੱਛੀਆਂ ਖਾ ਰਿਹਾ, ਹੋਰ ਕਮਾਲ ਹੋ ਗਿਆ। ਜਦੋਂ ਮਿਜ਼ਾਜ ਬਦਲ ਜਾਏਗਾ, ਤਬੀਅਤ ਫਰੈਸ਼ ਹੋਗੀ। ਹੁਣ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਜੱਸੀ ਸਵੈਟਰ ਰੱਖ ਦਿੱਤਾ ਸੀ, ਕੱਲ ਠੰਡ ਲੱਗੀ ਤੇ ਕੱਢ ਲਿਆ ਨਾ ਉਹਨੇ ਦੁਬਾਰਾ। ਵਜ੍ਹਾ ਹੈ ਕਿ ਮੌਸਮ ਦੇ ਮਿਜ਼ਾਜ ਦੇ ਵਿੱਚ ਠੰਡਕ ਜ਼ਿਆਦਾ ਆ ਗਈ। ਇਸੇ ਤਰ੍ਹਾਂ ਜਦੋਂ ਅਜੇ ਜ਼ਿਆਦਾ ਠੰਡਕ ਆਏਗੀ ਤਾਂ ਮਸਲਾ ਬਣੇਗਾ। ਦੂਸਰਾ, ਗਰਮੀ ਆ ਗਈ ਹੈ, ਜਗ੍ਹਾ ਜਗ੍ਹਾ ਤੋਂ ਪਾਣੀ ਠੰਡਾ ਹੀ ਲੱਭਦਾ, ਲੇਕਿਨ ਤੁਸੀਂ ਇਹ 'ਚ ਬਚਣਾ ਠੰਡੇ ਪਾਣੀ, ਤਾਂ ਕਿ ਇਲਾਜ ਖਰਾਬ ਨਾ ਹੋਏ। ਦੂਸਰਾ, ਅਗਰ ਸੁਬਹ ਉੱਠਦੇ ਮੂੰਹ ਠੰਡੇ ਪਾਣੀ ਨਾਲ ਧੋ ਰਹੇ ਹੋ ਤਾਂ ਨਹੀਂ, ਅਜੇ ਟੂਟੀਆਂ ਦਾ ਪਾਣੀ ਟੈਂਕੀ ਦਾ ਬੜਾ ਠੰਡਾ ਹੋ ਰਿਹਾ ਹੁੰਦਾ ਸੁਬਹ ਤੋਂ। ਇਹਦਾ ਮਤਲਬ ਹੈ ਕਿ ਤੁਸੀਂ ਥੋੜਾ ਜਿਹਾ ਪਾਣੀ ਗਰਮ ਕਰਕੇ ਮਿਕਸ ਕਰ ਰਹੇ ਹੋ, ਉਹਦੇ ਨਾਲ ਮੂੰਹ ਹੱਥ ਧੋ। ਥੋੜੀ ਜਿਹੀ ਤਿਆਰ ਤੁਸੀਂ ਕਰੋਗੇ, ਜ਼ਿੰਦਗੀ ਪੱਟੀ ਤੇ ਚੜ ਜਾਣੀ। ਕਿਉਂਕਿ ਅਸੀਂ ਅਜੇ ਸਾਹਬ ਨੂੰ ਗਰਮ ਕਰਨਾ ਹੈ। ਜਦੋਂ ਗਰਮ ਹੋ ਗਏ ਅੱਗੋਂ ਕੰਮ ਠੀਕ ਹੋ ਗਿਆ। ਕੋਈ ਵੀ ਮਸ਼ੀਨਰੀ ਜਦੋਂ ਉਹਨੂੰ ਪੂਰਾ ਕਰੰਟ ਨਾ ਮਿਲੇ ਤੇ ਉਹ ਗਰਮ ਹੋ ਜਾਂਦੀ ਹੈ, ਯਾਨੀ ਕਿ ਸ਼ਾਰਟ ਹੋ ਜਾਂਦੀ ਹੈ, ਐਕਸਟਰਾ ਗਰਮ ਹੁੰਦੀ ਹੈ। ਤਾਰਾਂ ਸਹੀ ਜੋੜਦੀ ਹੈ ਤੇ ਫਿਰ ਉਹ ਜਿੰਨੀ ਵੀ ਗਰਮ ਹੋਵੇ ਸੜਦੀ ਨਹੀਂ, ਫਿਰ ਉਹ ਗਰਮੀ ਉਹਦੇ ਅੰਦਰ ਰਹਿੰਦੀ ਹੈ। ਅੱਛਾ, ਇਹ ਕੁਦਰਤ ਦਾ ਨਿਜ਼ਾਮ ਹੈ। ਬੜੀ ਸੋਹਣੀ ਇੱਥੇ ਗੱਲ ਸਮਝਾਉਣ ਲੱਗਾ, ਮੈਂ ਕੱਲ ਪਰਸੋਂ ਪੜ੍ਹਦਾ ਵੀ ਪਿਆ ਸੀ, ਅਕਸਰ ਵੀ ਖੈਰ ਇਹ ਪੜ੍ਹਦੇ ਰਹੀਦਾ। ਬੁਖਾਰ ਦੇ ਵਿੱਚ ਇਨਸਾਨ ਗਰਮ ਹੁੰਦਾ, ਲੇਕਿਨ ਉਹ ਜਿਹੜੀ ਗਰਮੀ ਉਹਦੇ ਅੰਦਰ ਆਉਂਦੀ ਹੈ ਨਾ, ਉਹਨੂੰ ਰਤੂਬਤੇ ਹਰਾਰਤੇ ਗਰੇਬੀਆ ਕਹਿੰਦੇ ਨੇ। ਉਹ ਐਸੀ ਹਰਾਰਤ ਹੁੰਦੀ ਹੈ ਜਿਹੜੀ ਕਿ ਬੰਦੇ ਨੂੰ ਅਹਿਸਾਸ ਦਿਲਾਉਂਦੀ ਹੈ ਕਿ ਇਹਦੇ ਅੰਦਰ ਦਾ ਸਿਸਟਮ ਕੰਮ ਕਰਨਾ ਛੱਡ ਚੁੱਕਿਆ ਜੀ। ਉਹਨੂੰ ਅੰਦਰੋਂ ਗਰਮ ਕਰਕੇ ਠੀਕ ਕਰੋ, ਨਹੀਂ ਤੇ ਇਹ ਬੰਦਾ ਟੁੱਟ ਜਾਣਾ ਜੀ, ਯਾਨੀ ਕਿ ਉਹਦੀ ਡੈਥ ਹੋ ਜਾਣੀ ਹੈ। ਬਾਹਰ ਜਿਹੜਾ ਜਿਸਮ ਹੀਟਅਪ ਹੋ ਕੇ ਸਾਨੂੰ ਬੁਖਾਰ ਦੀ ਹਾਲਤ 'ਚ ਦੱਸਦਾ। ਅੱਛਾ, ਅਸੀਂ ਉਦੋਂ ਕੀ ਕਰਨੇ ਆ? ਗਰਮ ਕੋਈ ਦਵਾਈ, ਕੋਈ ਦੇਸੀ ਜਾਂ ਅੰਗਰੇਜ਼ੀ, ਔਰ ਫਿਰ ਉਤੋਂ ਗਰਮ ਚਾਹ ਦਾ ਕੱਪ, ਫਿਰ ਪਸੀਨਾ ਲੈਂਦੇ। ਉਹ ਬਾਹਰ ਦੀ ਹਰਾਰਤ ਖਤਮ ਹੋ ਜਾਂਦੀ, ਅੰਦਰ ਜਿਹੜੀ ਹਰਾਰਤ ਕਾਇਮ ਹੋ ਜਾਂਦੀ ਹੈ। ਇਨਸਾਨ ਦੀ ਦੁਬਾਰਾ ਤੰਦਰੁਸਤੀ ਬਹਾਲ ਹੋ ਜਾਂਦੀ, ਉਹਦੀ ਜਿਸਮ 'ਚ ਜਾਨ ਆ ਜਾਂਦੀ। ਇਸੇ ਤਰ੍ਹਾਂ ਜਿਹੜਾ ਤੁਹਾਡੇ ਅੰਦਰ ਦੇ ਨਿਜ਼ਾਮ ਨੂੰ ਜੇ ਗਰਮ ਕਰਨਾ ਸੀ ਤੇ ਦਵਾਈ ਨੂੰ ਚਲਾਓ, ਲੇਕਿਨ ਠੰਡਾ ਪਾਣੀ, ਖਾਣਾ ਪੀਣਾ, ਇਹ ਉਹ ਹਰ ਚੀਜ਼ ਦੇ ਉੱਤੇ ਬੜੀ ਤਵੱਜੋ ਕਰੋ। ਦਵਾਈ ਹੁਣ ਛੱਡੀ ਹੈ ਤੇ ਇਹ ਜਿਹੜੀ ਗੋਲੀ ਖਾਂਦੇ ਨੇ ਇਹ ਉਹੀ ਖਾ ਰਹੇ। ਗੋਲੀ ਖਾਣ ਸਾਨੂੰ ਇਤਰਾਜ਼ ਨਹੀਂ, ਲੇਕਿਨ ਜਦੋਂ ਗੜਬੜ ਹੋਏ ਜੇ ਖਾਣੀ ਹੈ, ਸਿਸਟਮ ਨੇ ਠੀਕ ਹੋਣ ਤੇ ਟਾਈਮ ਲਾਣਾ ਹੈ। ਦਵਾਈ ਨਾ ਛੱਡਣ, ਦਵਾਈ ਖਾਈ ਜੋ। ਕਹਿੰਦੇ ਨਹੀਂ ਫਰਕ ਨਹੀਂ, ਮੈਂ ਨਹੀਂ ਖਾਣੀ, ਮੈਨੂੰ ਨਹੀਂ ਫਰਕ ਪੈਂਦਾ, ਮੈਂ ਨਹੀਂ ਖਾਣੀ। ਉਹ ਹੁਣ ਤੁਹਾਡੀ ਮਰਜ਼ੀ, ਅਗਰ ਨਹੀਂ ਫਰਕ ਪੈਣਾ। ਅਗਰ ਮੇਰੀ ਗੱਲ ਸਮਝ 'ਚ ਆ ਗਈ ਹੈ ਤੇ ਇਲਾਜ ਚਲਾਓ, ਨਹੀਂ ਚਲਾਓਗੇ ਕੁਝ ਜ਼ਿੰਦਗੀ ਨਿਕਲ ਗਈ, ਕੁਝ ਫਿਰ ਬਾਕੀ ਵੀ ਇੰਜ ਪਰੇਸ਼ਾਨੀ ਨਿਕਲਦੀ ਰਹੇਗੀ ਜਿਵੇਂ ਮਰਜ਼ੀ। ਅਗਰ ਮੁਕੰਮਲ ਠੀਕ ਹੋਣਾ ਤੇ ਉਹਦਾ ਮੈਂ ਤਰੀਕਾ ਸਮਝਾਤਾ। ਜਿੰਦੇ ਤੱਕ ਅੰਦਰ ਦੇ ਨਿਜ਼ਾਮ ਨੇ ਨਹੀਂ ਬਦਲਣਾ, ਉਹਦੇ ਦਾ ਕੁਝ ਵੀ ਠੀਕ ਨਹੀਂ ਹੋਣਾ। ਸਾਦਾ ਜੀ ਮਸਾਲਾ ਨਾ ਦੱਸਿਆ ਜਿਵੇਂ ਮੌਸਮ ਅੱਜ ਹੁਣੇ ਬਾਰਿਸ਼ ਪੈ ਜੇ, ਸਾਰਿਆਂ ਨੂੰ ਕਹਿਣਾ ਹਰ ਬੰਦੇ ਦੀ ਕੋਸ਼ਿਸ਼ ਨਹੀਂ ਚਾਦਰ ਲੱਭ ਜੇ। ਇਸ ਲਈ ਅੰਦਰ ਆਪਣੇ ਮਾਮਲਾਤ ਨੂੰ ਸੈੱਟ ਕਰੋ, ਖਾਣ ਪੀਣ ਤੇ ਤਵੱਜੋ ਦਿਓ, 2-4 ਮਹੀਨੇ ਜ਼ਿੰਦਗੀ ਅੱਛੀ ਹੋ ਜਾਏਗੀ। ਇਹਦੇ ਗੋਲੀ ਦੇ ਬਚਪਨ ਤੋਂ ਖਾ ਰਹੇ ਹੋ, ਮਗਰ ਉਹਦੇ ਨਾਲ ਦੇਖੋ ਨਾ ਹੋਰ ਕਿੰਨੇ ਮਸਾਇਲ ਨੇ ਜਿਸਮ 'ਚ। ਅੱਛਾ, ਹੁਣ ਬਾਕੀ ਬਹੁਤ ਸਾਰੇ ਤੁਹਾਡੇ ਖੂਨ ਤੇ ਸੂਈਆਂ ਚੁੱਭਦੀਆਂ, ਉਹਨੂੰ ਵੀ ਸੈੱਟ ਕਰਨ ਦੀ ਕੋਸ਼ਿਸ਼ ਕਰਾਂਗੇ, ਬਲਕਿ ਕਰ ਰਹੇ ਸੋ। ਫਿਰ ਡਿਪਰੈਸ਼ਨ ਨੂੰ ਸੈੱਟ ਕਰ ਰਹੇ, ਕਿੰਨੀ ਦਵਾਈ ਸੂਈਆਂ ਚੁੱਭੀਆਂ ਠੀਕ ਨੇ। ਹਾਂ, ਤੇ ਇਹਨਾਂ ਜਿਹੜੀਆਂ ਬਾਕੀ ਲਾਮਤਾਂ ਠੀਕ, ਉਹਨਾਂ ਨੂੰ ਵੇਖ ਕੇ ਖੁਸ਼ੀ ਮਹਿਸੂਸ ਕਰੋ ਕਿ ਯਾਰ ਮੈਨੂੰ ਸੂਈਆਂ ਨਹੀਂ ਚੁੱਭ ਰਹੀਆਂ, ਦਾ ਮਤਲਬ ਮੇਰੀ ਦਵਾਈ ਨੇ ਮੇਰੇ ਤੇ ਕੰਮ ਕੀਤਾ। ਡਿਪਰੈਸ਼ਨ, ਗੁੱਸਾ, ਚਿੜਚਿੜਾਪਨ, ਅਗਰ ਤਬੀਅਤ ਬਿਹਤਰ ਹੋ, ਕੰਟਰੋਲ ਹੈ, ਸ਼ੁਕਰ ਕਰੋ। ਠੀਕ ਹੈ ਜੀ, ਭੁੱਖ ਪਿਆਸ ਨੀਂਦ ਦੀ ਚੀਜ਼ਾਂ ਬਿਹਤਰ ਨੇ, ਸ਼ੁਕਰ ਕਰੋ। ਕਿੰਨੇ ਮਸਾਇਲ ਨੇ ਬਾਕੀ। ਹੱਥਾਂ ਪੈਰ ਦੀਆਂ ਤਲੀਆਂ ਵਗੈਰਾ ਵੀ ਜਿਹੜੀਆਂ ਨਾ ਸਰਦੀਆਂ ਸੀ, ਠੀਕ ਹੈ ਜੀ, ਪਾਉ ਕੇ ਨੀਚੇ ਖਾਰਿਸ਼ ਹੈ, ਉਹਨੂੰ ਫਰਕ ਪਿਆ। ਗੈਸ ਦਾ ਵੀ ਫਰਕ ਪਿਆ। ਖੂਨ ਗਾੜਾ, 3 ਸਾਲ ਪੁਰਾਣੇ ਮਸਲੇ ਨੇ, 3 ਸਾਲ ਪੁਰਾਣੇ ਮਸਲੇ ਬਿਹਤਰ ਹੋਏ ਤਾਂ ਉਹਨਾਂ ਦੀ ਖੁਸ਼ੀ ਦੇ ਵਿੱਚ ਹੀ ਦਵਾਈ ਖਾਈ ਜਾਣੀ। ਨਾਲ ਅਸੀਂ ਗੱਲ ਦਵਾਈ ਨਾ ਛੱਡਿਆ ਕਰੋ, ਖਾਈ ਜੋ ਬਸ ਖਾਈ ਨਹੀਂ। ਉਹ ਦੇਖੋ ਨਾ, ਹੁਣ ਆਪ ਤੁਹਾਨੂੰ ਮਹਿਸੂਸ ਕਰਨਾ ਚਾਹੀਦਾ ਜਿਹਦੇ ਬਹੁਤ ਕੁਝ ਬਿਹਤਰ ਹੋਇਆ ਮਾਸ਼ਾਅੱਲਾ, ਤੇ ਫਿਰ ਇਹ ਅਲਾਮਤ ਨੇ ਤਾਂ ਠੀਕ ਹੁੰਦੇ ਟਾਈਮ ਲਾਣਾ। ਇਹ ਤੇ ਬਚਪਨ ਦਾ ਮਸਲਾ।
ਸ਼ੁਕਰ ਕਰੋ ਕਿ ਇਹਨੇ ਕੰਟਰੋਲ ਵੀ ਕੀਤਾ ਹੈ। ਠੀਕ ਹੈ ਹੁਣ ਗੱਲ ਸਮਝ ਆਈ ਕੋਈ ਜੀ? ਕਿੱਥੋਂ ਕਿੱਥੋਂ ਇਸਲਾਮਾਬਾਦ ਤੱਕ ਅਸੀਂ ਇਲਾਜ ਕਰਾ ਲਿਆ, ਠੀਕ ਹੈ ਜੀ। ਬਾਕੀ ਅਗਰ ਬਹੁਤ ਸਾਰੀਆਂ ਲਾਮਤਾਂ, ਅੱਛਾ ਚਲੋ ਛੱਡ ਦਿਓ ਐਲਰਜੀ ਨੂੰ, ਬਾਕੀ ਲਾਮਤਾਂ ਵਾਸਤੇ ਦਵਾਈ 2-4-6 ਮਹੀਨੇ ਖਾਣੀ ਹੈ ਨਾ, ਤਾਂ ਕਿ ਸਾਰਾ ਕੁਝ ਠੀਕ ਹੋਵੇ। ਭੁੱਖ ਪਿਆਸ, ਨੀਂਦ, ਗੁੱਸਾ, ਚਿੜਚਿੜਾਪਨ, ਡਿਪਰੈਸ਼ਨ, ਤੇ ਉਹ ਠੀਕ ਹੋਗਾ ਤੇ ਐਲਰਜੀ ਤੋਂ ਵੀ ਜਾਨ ਛੁੱਟ ਜਾਣੀ। ਓਕੇ ਜਾ ਕੇ ਹੀ ਚਲਾਇਆ ਅਗਲੇ ਹਫਤੇ ਆ ਫਿਰ ਹਾਂਜੀ ਲੈ ਜਾਓ। 19 ਤਰੀਕ ਬਰੋਦ ਇਤਵਾਰ ਸਾਡੀ ਛੁੱਟੀ ਹੈਗੀ ਇੱਥੇ, ਬਾਕੀ ਬੁੱਧ ਇਤਵਾਰ ਕਿਸੇ ਦਿਨ ਵੀ ਆ ਕੇ ਦਵਾਈ ਲੈ ਜਾਓ ਜਦੋਂ ਮੁੱਕ ਜੇ। ਨਹੀਂ ਤਾਂ ਬਹੁਤ ਦਵਾਈ ਤੇ ਆਹ ਦਿਖਾ ਲਓ ਪਹਿਲੇ। ਹਾਂ ਬਸ ਜਦੋਂ ਜ਼ੇਨ ਬਣ ਗਿਆ ਤੇ ਉਹ ਖਾਏਗਾ ਭਾਈ ਮਾਸ਼ਾਅੱਲਾ। ਜਦੋਂ ਬਹੁਤ ਕੁਝ ਠੀਕ ਹੈ ਮੇਰੀ ਭੈਣ, ਤੇ ਫਿਰ ਤੇ ਰੋਲਾ ਹੀ ਕੋਈ ਨਹੀਂਗਾ। ਇਹ ਇਹਨਾਂ ਨੂੰ ਸਮਝਾਉਣੀ ਕਿ ਦਵਾਈ ਨਾ ਤੁਸੀਂ ਛੱਡੋ, ਫਰਕ ਤੁਹਾਨੂੰ ਪੈਂਦਾ। ਸਮਝਾਉਣਾ ਨਹੀਂ ਨਾ ਆਉਂਦਾ, ਮਸਲਾ ਹੈਗਾ ਨਾ। ਤੁਸੀਂ ਸਾਡੇ ਦਾ ਮਸਾਲਾ ਥੋੜੀ ਦੇ ਸਕਦੇ। ਕਿਉਂ ਜੀ ਇਸ਼ਾਨ ਭਾਈ, ਜਿਹੜੀ ਗੱਲ ਅਸੀਂ ਸਮਝਾਣੀ ਉਹ ਆਮ ਬੰਦਾ ਤਾਂ ਨਹੀਂ ਨਾ ਬਾਹਰ ਸਮਝਾ ਸਕਦਾ। ਤੇ ਵੀ ਹੁਣ ਤੁਸੀਂ ਕਾਹਦਾ ਕੰਮ ਕਰਦੇ ਹੋ? ਆਪਣੀ ਕਾਹਦਾ ਕੰਮ ਕਰਦੇ ਹੋ ਤੁਸੀਂ? ਘੱਟ ਕਟਿੰਗ ਦਾ। ਹੁਣ ਜਿਹੜੀ ਗੱਲ ਕਟਿੰਗ ਦੀ ਤੁਸੀਂ ਸਮਝਾਣੀ, ਸਾਡੇ ਕੋਲ ਥੋੜੀ ਸਮਝਾਈ ਜਾਣੀ ਹੈ। ਸਾਡੀ ਜਾਣੇ ਵਾਲਾ ਕਟਿੰਗ ਕੀ ਹਿਸਾਬ ਹੈ, ਕਿਵੇਂ ਕਰਨੀ, ਕਿਧਰੋਂ ਕਰਨੀ, ਕਾਹਦੀ कटिंग करते हो? डस्ट एलर्जी है भाई, कह रहे हैं 25 साल से एक दिन बाद एक गोली खाता हूँ। ये भाई हमारे ठीक जरूर हुए हैं, इनके बहुत सारी जिंदगी के मसले भी मजरबान भाई ठीक हुए हैं, लेकिन जारी बात मौसम ठंडा होने पे अभी इन्हें अटैक होना, इससे दूसरी दफा दवाई गई थी इनकी, लेकिन इनके जिस्म के बाकी बहुत सारे मसले ठीक हैं। अब इन्होंने इरादा कर लिया, अभी दवाई खाएंगे इंशाल्लाह। रब्ता करेंगे तो आपको दवाई शुरू करवाएंगे इंशाल्लाह। कब्ज वाली दवाई पई है को भी देनी नाल जी? पिछली बार तो तुझे कैसी ने पई हुई वो? ठीक है मसला। हाँ तो बस ठीक है। ठीक है ए सेट मुकम्मल देना जी। कब्ज कैप्सूल देने ही, वो भी नहीं खाने पैंदे। एक तो कब्ज वाली पक्की है ना, एक कब्ज कैप्सूल दे दवा ना, पक्की की लोड़ नहीं पैंदी है ना। हाँ पक्की ज्यादा तेज ही थी लेकिन उसकी लोड़ नहीं। ग्लो नीम 90 कैप्सूल दे देना, कब्ज 30 कैप्सूल ने एसिड यानी कि मुकम्मल हो जाएगा। और फरूकी दे देना इन्होंने नाल 30 ग्राम। एक दवाई होर दे रहे हैं जी नजला जुकाम एलर्जी वाले दी दी, ठीक है जी। इंदा होंदा कि जो नजला जुकाम एलर्जी अटैक करे ना, फौरी तौर पर 2-3 चने दाने जी नहीं कड्डी बाहर से मूंह दे विच रखी, चलो जी अंदर छोटा बड़ा पानी का घुट लाना, 2-3 बारी 5 मिनट बाद खा ली, मुड़ के सारा दिन एक्टिव हो जाओगे। यह जी फरूकी दवाई मैं नहीं कि रेड कलर की एक दी बारी खाधी, यही चीज दे रहे हैं। उन्हें मेरा गला बाज का बहुत अच्छा अलहमदुलिल्लाह, लेकिन असी दिन रात बोलना, ਇੱਥੋਂ ਜਾ ਕੇ WhatsApp ਤੇ ਬੋਲਣਾ ਹੈ, ਲੋਕਾਂ ਨੂੰ ਸਮਝਾਉਣਾ ਹੈ, ਇੱਥੇ ਬੋਲੀ ਜਾਣਾ ਹੈ। ਉਹ ਜਦੋਂ ਕਿਤੇ ਖਿੱਚ ਕਰ ਦਿੰਦਾ ਕਿਸੇ ਵੇਲੇ, ਉਹ ਖਾਲੀ ਦੀ ਮਾਸ਼ਾਅੱਲਾ ਕੋ ਅੱਧਾ ਘੰਟਾ 2 ਘੰਟੇ ਜਿੰਨੀ ਦੇ ਨਸੀਬ ਨੇ ਫਿਰ ਬੋਲਦੇ ਰਹੀਦਾ। ਉਹ ਬਹੁਤ ਅੱਛੀ ਚੀਜ਼ ਹੈ। ਨਜ਼ਲਾ ਜ਼ੁਕਾਮ ਮੈਦਾ ਬਹੁਤ ਸਾਰੀਆਂ ਚੀਜ਼ਾਂ ਤੇ ਅੱਛਾ ਕੰਮ ਕਰਦੀ। ਨਹੀਂ ਇਹ ਲਹਿਦਾ ਰੱਖੋ, ਪੂਰੀ ਪੈਕਿੰਗ ਲਹਿਦਾ ਦੇ ਰਹੇ, ਇਹ ਮੁੱਕ ਜੇ ਫਿਰ ਉਹ ਸ਼ੁਰੂ ਕਰ ਦੇਣੀ। ਇਸ ਤਰੀਕੇ ਨਾਲ ਚੱਲੋ ਜੀ। जी अस्सलाम वालेकुम जी। वालेकुम सलाम। ਇਹਦੇ ਮੈਂ ਪੈਸੇ ਨਹੀਂ ਐਡ ਕਰ ਰਿਹਾ, 600 ਦੀ ਬੰਦੀ 2 ਤਾਰੀਖ ਦੇਣਾ ਜੀ। ਜੀ ਜੀ ਦੱਸੋ। ਚਲੋ ਠੀਕ ਹੈ, ਬਸ ਉਹ ਸ਼ਰਾਫਤ ਭਾਈ ਨੂੰ ਫੜੋ ਤੇ ਨਾਲ ਜਾਓ, ਜਾ ਕੇ ਤੇ ਫਾਈਨਲ ਕਰਕੇ ਆਓ। ਆਹੋ ਉਹਨਾਂ ਨੂੰ ਪੁੱਛਿਆ, ਆਓ ਨਾਲ ਚਲੇ, ਉਹਨਾਂ ਕੋਈ ਵੱਧ ਘੱਟ ਕਰੋ। ਦੱਸਿਆ ਉਹਨਾਂ ਨੇ ਕਿੰਨੇ ਬੰਦੇ ਨੇ? गलत किया है। पहले उनको 120 110 या 15 बंदे लाजमी हो जाने ने। तसल्ली नाल गल करनी है बस, ठीक है ओके। फड़ लो उन्होंने जी 5 मिनट आओ, जरादारी करो, बंदा इत्थों दे रहने वाला, जान पहचान एक दिन होती है तो फिर चीज़ां फाइनल कर लेंदे ने बंदे। उस तो इलावा उनको जी खाना असीं अपना पकवा लांगे ते बाकी हर शय सानू VIP चाहिदी है, बर्तन ये वो हर चीज। हाँ तसल्ली नाल गल सही कर लेना, लापरवाही गल्लां बाद चों अगले एवें आई चलाई सारी कर दिंदे ने। अच्छा मैं हालांकि कह भी रहा, सबर कर दो, कल जाके सारा कुछ करवावांगे। बाद च मसला बनया असीं भी कहना ठीक है, तुसीं देखी गल जो नहीं सही पूरी की होवे तो बड़ी 2 नंबरी कर जांदे। लेकिन वो असल से है पर्ची भाई जी, फड़ लेना है दवाई।